ਸੈਂਕੜੇ ਇਨਸਾਨ ਇਸ ਸੰਸਾਰ ਤੋਂ ਪ੍ਰਤੀ ਦਿਨ ਜਾ ਰਹੇ ਹਨ, ਪਰ ਕੁਝ ਕੁ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਜਾਣ ਨਾਲ ਇੱਕ ਵੱਡਾ ਘਾਟਾ ਮਹਿਸੂਸ ਹੁੰਦਾ ਹੈ ਅਤੇ ਯਕੀਨ ਹੀ ਨਹੀਂ ਹੁੰਦਾ ਕਿ ਉਹ ਹੁਣ ਸਾਡੇ ਵਿੱਚ ਨਹੀਂ ਰਹੇ। ਅਜਿਹੀ ਹੀ ਇੱਕ ਖਬਰ ਅੱਜ ਸਵੇਰ ਨੂੰ ਸੁਣਨ ਨੂੰ ਮਿਲੀ। ਸ਼੍ਰੋਮਣੀ ਰਾਗੀ ਪ੍ਰੋਫੈਸਰ ਕਰਤਾਰ ਸਿੰਘ ਜੀ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ, ਜਿਸ ਨਾਲ ਸੰਗੀਤ, ਖਾਸ ਕਰਕੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਇਸ ਦੁਖਦ ਖਬਰ ਨੂੰ ਸੁਣ ਕੇ ਵੱਖ-ਵੱਖ ਗੁਰਮਤਿ ਸੰਗੀਤ ਤੇ ਸਿੱਖ ਵਿਦਵਾਨਾਂ ਨੇ ਭਾਰੀ ਅਫਸੋਸ ਜ਼ਾਹਰ ਕੀਤਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਸਾਰੇ ਪ੍ਰੋਫੈਸਰ ਕਰਤਾਰ ਸਿੰਘ ਜੀ, ਸਾਡੇ ਪਰਮ ਪੂਜਨੀਕ ਗੁਰਮਤਿ ਸੰਗੀਤ ਦੇ ਸੱਚੇ ਸਾਧਕ, ਉਹਨਾਂ ਦੇ ਵਿਛੋੜੇ ਦੇ ਅਸਹਿ ਸਦਮੇ ਵਿੱਚ ਆ, ਕਿਉਂਕਿ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ, ਗੁਰਪੁਰੀ ਪਿਆਨਾ ਕਰ ਗਏ ਨੇ। ਪੈਸ ਸਾਹਿਬ ਨੇ ਆਪਣਾ ਸਮੁੱਚਾ ਜੀਵਨ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਸੰਗੀਤ ਔਰ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਬਿਤਾਇਆ, ਔਰ ਉਹਨਾਂ ਦੀ ਇੱਕ ਅਦੁੱਤੀ ਸ਼ਖਸੀਅਤ ਸੀ। ਉਹ ਬਹੁਤ ਇੱਕ ਕਰਮਯੋਗੀ ਔਰ ਕਰਮਸ਼ੀਲ ਨਿਰੰਤਰ ਸਾਧਕ ਵਜੋਂ ਉਹਨਾਂ ਨੇ ਆਪਣਾ ਜੀਵਨ ਬਿਤਾਇਆ। ਇਸ ਖੇਤਰ ਦੇ ਵਿੱਚ ਅਸੀਂ ਅਗਰ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹਾਂ ਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਿੱਥੇ ਉਹਨਾਂ ਨੇ ਬਹੁਤ ਸਾਰੀ ਮਿਹਨਤ ਕਰਕੇ ਸੰਗੀਤ ਔਰ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਬਹੁਤ ਸਾਰੇ ਵਿਦਿਆਰਥੀ ਤਿਆਰ ਕੀਤੇ, ਖਾਸ ਤੌਰ ਤੇ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲਿਆਂ ਨਾਲ ਰਾਗ ਨਿਰਣਾਇਕ ਕਮੇਟੀ ਦੇ ਮੈਂਬਰ ਵਜੋਂ, ਔਰ ਫਿਰ ਇਸ ਦੇ ਪ੍ਰਬੰਧਕ ਵਜੋਂ ਔਰ ਇਸ ਦੇ ਸਲਾਹਕਾਰ ਵਜੋਂ ਜੋ ਉਹਨਾਂ ਨੇ ਭੂਮਿਕਾ ਨਿਭਾਈ, ਉਹ ਆਪਣੇ ਆਪ ਦੇ ਵਿੱਚ ਵਿਸ਼ੇਸ਼ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਾਹਿਬ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਨੂੰ ਉਹਨਾਂ ਦੇ ਨਾਲ ਔਰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਰਾਗ ਨਿਰਣਾਇਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਨਾਲ ਕਾਫੀ ਸਮਾਂ ਨਿਰੰਤਰ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਉਹਨਾਂ ਨੇ ਜੋ ਗੁਰਮਤਿ ਸੰਗੀਤ ਦੀ ਪਰੰਪਰਾ ਦੇ ਉੱਤੇ ਸਾਡੇ ਸਾਰਿਆਂ ਦੇ ਨਾਲ ਇੱਕ ਟੀਮ ਵਾਂਗੂ ਕੰਮ ਕੀਤਾ, ਉਹ ਸਾਡੇ ਸਾਰਿਆਂ ਲਈ ਮਾਣ ਮੱਤਾ ਵੀ ਹੈ ਔਰ ਸਾਡਿਆਂ ਲਈ ਯਾਦਗਾਰੀ ਵੀ ਹੈ, ਸਾਡੇ ਲਈ ਰਾਹ ਦਸੇਰਾ ਵੀ ਹੈ। ਔਰ ਇੱਕ ਮਾਰਗਦਰਸ਼ਕ ਵਜੋਂ ਉਹਨਾਂ ਨੇ ਹਮੇਸ਼ਾ ਸਾਡੇ ਵੱਡੇ ਹੋਣ ਦੀ ਭੂਮਿਕਾ ਨਿਭਾਈ, ਔਰ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਇੱਕ ਓਟ ਤੇ ਆਸਰਾ ਸੀ, ਕਿਉਂਕਿ ਗੁਰਮਤਿ ਸੰਗੀਤ ਦੇ ਉਹ ਸਾਡੇ ਮਾਰਤੰਡ ਵਿਦਵਾਨ ਸਨ। ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਗੁਰਮਤਿ ਸੰਗੀਤ ਦੀ ਤੰਤੀ ਸਾਜ਼ ਪਰੰਪਰਾ ਨੂੰ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਥੇ ਸਮਾਗਮ ਕਰਾਇਆ ਸੀ, ਉਸ ਸਮਾਗਮ ਵਿੱਚ ਉਹ ਵੀ ਹਾਜ਼ਰ ਹੋਏ ਸੀ। ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਦੇ ਨਾਲ ਜਿਹੜਾ ਪਹਿਲਾ ਕੀਰਤਨ ਤੰਤੀ ਸਾਜ਼ਾਂ ਦੇ ਨਾਲ ਮੇਰੇ ਵੱਲੋਂ ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਵੱਲੋਂ ਕੀਤਾ ਗਿਆ, ਜਿਸ ਨਾਲ ਤੰਤੀ ਸਾਜ਼ਾਂ ਦੀ ਸ੍ਰੀ ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਵਿੱਚ ਪੁਨਰ ਸੁਰਜੀਤੀ ਹੋਈ, ਉਸ ਵਿੱਚ ਵੀ ਉਹਨਾਂ ਦੀ ਵੱਡੀ ਭੂਮਿਕਾ ਸੀ। ਔਰ ਅੱਜ ਅਸੀਂ ਵੇਖਦੇ ਹਾਂ ਕਿ ਹਜ਼ਾਰਾਂ ਹੀ ਉਹਨਾਂ ਦੇ ਵਿਦਿਆਰਥੀ ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਦੇ ਮਾਧਿਅਮ ਨਾਲ ਕੀਰਤਨ ਦੀ ਸੇਵਾ ਕਰ ਰਹੇ ਨੇ ਔਰ ਤੰਤੀ ਸਾਜ਼ਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਪੈਸ ਸਾਹਿਬ ਨੇ ਆਪਣੇ ਜੀਵਨ ਭਰ ਵਿੱਚ ਜੋ ਕੁਝ ਵੀ ਕੀਤਾ, ਉਸ ਨੂੰ ਪੰਥ ਨੇ ਵੀ ਪ੍ਰਮਾਣਿਤ ਕੀਤਾ ਔਰ ਉਸ ਨੂੰ ਮਾਨ ਸਨਮਾਨ ਵੀ ਬਹੁਤ ਮਿਲੇ। ਇਹ ਵੀ ਸਾਡੇ ਸਾਰਿਆਂ ਦੇ ਲਈ ਬੜੀ ਮਾਣ ਵਾਲੀ ਔਰ ਸਾਰਿਆਂ ਦੇ ਲਈ ਬੜੀ ਤਸੱਲੀ ਵਾਲੀ ਗੱਲ ਹੈ ਕਿ ਉਹਨਾਂ ਨੇ ਇੱਕ ਭਰਪੂਰ ਜੀਵਨ ਆਪਣਾ ਬਿਤਾਇਆ ਔਰ ਆਪਣੇ ਅੰਤਲੇ ਸਮੇਂ ਤੱਕ ਉਹ ਗੁਰਮਤਿ ਸੰਗੀਤ ਦੇ ਕਾਰਜਾਂ ਦੇ ਵਿੱਚ ਜੁਟੇ ਰਹੇ। ਔਰ ਜਦੋਂ ਵੀ ਉਹਨਾਂ ਨੂੰ ਅਸੀਂ ਮਿਲਣ ਜਾਂਦੇ ਸੀ ਇਸ ਸਿਹਤਯਾਬੀ ਲਈ, ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ, ਤੇ ਉਹਨਾਂ ਦੇ ਮਨ ਵਿੱਚ ਹਮੇਸ਼ਾ ਅਜੇ ਵੀ ਉਹੀ ਲਾਲਸਾ ਸੀ ਕਿ ਮੈਂ ਗੁਰਮਤਿ ਸੰਗੀਤ ਦੇ ਜੋ ਮੇਰੇ ਰਹਿੰਦੇ ਕਾਰਜ ਨੇ ਉਹਨਾਂ ਨੂੰ ਸੰਪੂਰਨ ਕਰ ਸਕਾਂ ਔਰ ਹੋਰ ਸੇਵਾ ਕਰ ਸਕਾਂ। ਔਰ ਇਸ ਗੱਲ ਲਈ ਉਹ ਬਾਰ-ਬਾਰ ਅਕਾਲ ਪੁਰਖ ਦਾ ਔਰ ਸੰਗਤਾਂ ਦਾ ਔਰ ਪੰਥ ਦਾ ਧੰਨਵਾਦ ਕਰਦੇ ਸੀ ਕਿ ਜਿੰਨਾ ਕੁ ਉਹਨਾਂ ਨੇ ਉਹਨਾਂ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ ਔਰ ਉਹਨਾਂ ਦੇ ਕੀਤੇ ਕੰਮਾਂ ਨੂੰ ਸਲਾਹਿਆ ਔਰ ਉਸ ਦਾ ਜੋ ਯੋਗ ਉਹਨਾਂ ਨੇ ਸਾਰਿਆਂ ਨੇ ਉਸ ਦਾ ਸਤਿਕਾਰ ਕੀਤਾ। ਇਸ ਗੱਲ ਦੇ ਲਈ ਉਹ ਬਹੁਤ ਕਿਰਤੱਗ ਸਨ। ਪੈਸ ਸਾਹਿਬ ਦਾ ਸਾਰਾ ਜਿਹੜਾ ਜੀਵਨ ਸੀ ਬੜਾ ਨਿਰਮਾਣਤਾ ਵਾਲਾ ਸੀ ਔਰ ਉਹਨਾਂ ਨੇ ਇੱਕ ਸੱਚੇ ਸੁੱਚੇ ਸਿੱਖ ਵਾਲਾ ਜੀਵਨ ਬਤੀਤ ਕੀਤਾ। ਔਰ ਇਸ ਤੱਥ ਨੂੰ ਉਹਨਾਂ ਨੇ ਗੁਰਬਾਣੀ ਦੇ ਇਸ ਵਾਕ ਨੂੰ ਉਹਨਾਂ ਨੇ ਸੱਚ ਕਰ ਵਿਖਾਇਆ, ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ
ਰਾਖਿਓ ਚੀਤ। ਸੱਚਮੁੱਚ ਹੀ ਭਾਈ ਸਾਹਿਬ ਦਾ ਸਾਰਾ ਜੀਵਨ ਗੁਰੂ ਦੇ ਸ਼ਬਦ ਤੇ ਸੰਗੀਤ ਨੂੰ ਸਮਰਪਿਤ ਸੀ। ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ, ਕਿਉਂਕਿ ਅਜਿਹੀਆਂ ਰੂਹਾਂ ਪਹਿਲਾਂ ਹੀ ਉਸ ਅਕਾਲ ਪੁਰਖ ਵੱਲੋਂ ਔਰ ਸਾਡੇ ਗੁਰੂ ਸਾਹਿਬਾਨ ਵੱਲੋਂ ਸਭ ਦੀ ਕਿਰਪਾ ਦੁਆਰਾ ਵਰੋਸਾਈਆਂ ਹੁੰਦੀਆਂ ਨੇ। ਔਰ ਨਿਸ਼ਚੇ ਹੀ ਇਹ ਵੀ ਬਹੁਤ ਪਿਆਰੀ ਰੂਹ ਬਹੁਤ ਨਿਕਟ ਹੋਏਗੀ ਉਸ ਅਕਾਲ ਪੁਰਖ ਦੇ ਔਰ ਸਦੀਵੀ ਚਰਨਾਂ ਵਿੱਚ ਉਹਨਾਂ ਨੂੰ ਨਿਵਾਸ ਸਤਿਗੁਰੂ ਆਪ ਬਖਸ਼ਣਗੇ। ਅਜਿਹਾ ਸਾਨੂੰ ਪੂਰਨ ਵਿਸ਼ਵਾਸ ਹੈ, ਕਿਉਂਕਿ ਜਿਹੋ ਜਿਹਾ ਉਹਨਾਂ ਦਾ ਜੀਵਨ ਸੀ ਔਰ ਜਿੰਨੀ ਪਿਆਰੀ ਰੂਹ ਸੀ। ਔਰ ਅਸੀਂ ਆਸ ਕਰਦੇ ਹਾਂ ਕਿ ਪਰਿਵਾਰ ਔਰ ਸਾਰੇ ਉਹਨਾਂ ਦੇ ਸ਼ਿਸ਼ਾਂ ਨੂੰ, ਮੁਰੀਦਾਂ ਨੂੰ ਸਤਿਗੁਰੂ ਇਸ ਅਕਾਲ ਚਲਾਣੇ ਉੱਤੇ ਅਸਹਿ ਦੁੱਖ ਔਰ ਅਪੂਰ ਘਾਟੇ ਨੂੰ ਸਹਿਣ ਦਾ ਜਿਹੜਾ ਹੈ ਬਲ ਬੁੱਧੀ ਸਮਰੱਥਾ ਬਖਸ਼ੇ। ਔਰ ਸਾਰੇ ਵਿਦਿਆਰਥੀਆਂ ਔਰ ਉਹਨਾਂ ਦੇ ਜਿਹੜੇ ਨਾਲ ਕੰਮ ਕਰਨ ਵਾਲੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਲੋਕ ਨੇ, ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਓ ਆਪਾਂ ਭਾਈ ਸਾਹਿਬ ਦੇ ਰਹਿੰਦੇ ਹੋਏ ਕਾਰਜਾਂ ਨੂੰ ਉਸੇ ਹੀ ਭਾਵਨਾ ਨਾਲ, ਉਸੇ ਹੀ ਭਾਵਨੀ ਨਾਲ, ਉਸੇ ਹੀ ਉਤਸ਼ਾਹ ਦੇ ਨਾਲ ਸੰਪੂਰਨ ਕਰੀਏ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਤਾਂ ਜੋ ਗੁਰਮਤਿ ਸੰਗੀਤ ਨੂੰ ਅਸੀਂ ਵਿਸ਼ਵ ਸੰਗੀਤ ਵਿੱਚ ਇਸ ਦਾ ਬਣਦਾ ਸਥਾਨ ਵੀ ਦਵਾਈਏ ਔਰ ਗੁਰਮਤਿ ਸੰਗੀਤ ਦੀ ਜੋ ਸਾਡੀ ਸ਼ਬਦ ਕੀਰਤਨ ਪਰੰਪਰਾ ਹੈ ਉਸ ਦੇ ਮਿਆਰ ਨੂੰ ਵੀ ਹੋਰ ਉੱਚਾ ਚੁੱਕੀਏ। ਉਹਨਾਂ ਦੇ ਵਿਦਿਆਰਥੀਆਂ ਨੂੰ ਮੇਰੀ ਖਾਸ ਤੌਰ ਤੇ ਬੇਨਤੀ ਹੈ ਕਿ ਉਹ ਭਾਈ ਸਾਹਿਬ ਦੇ ਨੇ ਜੋ ਕੀਰਤਨ ਦੀ ਖਾਸ ਮੌਲਿਕ ਅੰਦਾਜ਼ ਦੇ ਵਿੱਚ ਰੀਤ ਚਲਾਈ ਸੀ ਔਰ ਉਹਨਾਂ ਦਾ ਖਾਸ ਇੱਕ ਆਪਣਾ ਵਿਸ਼ੇਸ਼ ਅੰਦਾਜ਼ ਸੀ, ਉਸ ਨੂੰ ਕਾਇਮ ਰੱਖਣ। ਔਰ ਪੰਥ ਨੂੰ ਹਮੇਸ਼ਾ ਉਹਨਾਂ ਦੇ ਗਾਇਨ ਦੇ ਵਿੱਚੋਂ ਪ੍ਰੋਫੈਸਰ ਕਰਤਾਰ ਸਿੰਘ ਜੀ ਦੇ ਕੀਰਤਨ ਦੀ ਖੁਸ਼ਬੂ ਆਉਂਦੀ ਰਹੇ, ਇਹੀ ਸਾਡੀ ਭਾਵਨਾ ਹੈ। ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਉਹਨਾਂ ਦੇ ਵਿਦਿਆਰਥੀ ਸਿੱਖਿਆਰਥੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ। ਸਮੂਹ ਸੰਗਤ ਨਾਲ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਔਰ ਮੈਂ ਸ਼ਰੀਕ ਹੁੰਦਾ ਔਰ ਆਪਣੀ ਸੱਚੀ ਸ਼ਰਧਾਂਜਲੀ ਸਾਡੇ ਪਰਮ ਪੂਜਨੀਕ ਗੁਰਮਤਿ ਸੰਗੀਤਾਚਾਰੀਆ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਨੂੰ ਭੇਟ ਕਰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਜ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਹੜੇ ਸਾਡੇ ਗੁਰਮਤਿ ਸੰਗੀਤ ਦੇ ਮੋਢੀ ਕਹੇ ਜਾ ਸਕਦੇ ਨੇ, ਉਹਨਾਂ ਦੇ ਕਾਲ ਚਾਲਾਂ ਦੀ ਜਿਹੜੀ ਖਬਰ ਮਿਲੀ ਹੈ ਉਹ ਬਹੁਤ ਦੁਖਦਾਈ ਹੈ। ਕਿਉਂਕਿ ਆਰਟਿਸਟ ਜਿਹੜਾ ਹੈ ਨਾ, ਉਹਦੀ ਉਮਰ ਜਿੰਨੀ ਵੀ ਹੋਵੇ ਉਨੀ ਘੱਟ ਹੁੰਦੀ ਹੈ। ਤੇ ਇਹ ਮੇਰਾ ਵਿਚਾਰ ਹੈ ਕਿ ਵੀ ਉਹਨਾਂ ਦੀ ਜੋ ਲੈਗੇਸੀ ਹੈ ਉਸ ਨੂੰ ਅੱਗੇ ਲਿਜਾਣ ਲਈ ਸਾਡੇ ਜਿਹੜੇ ਉਹਨਾਂ ਦੇ ਤਿਆਰ ਕੀਤੇ ਸ਼ਾਗਿਰਦ ਨੇ ਉਹ ਜ਼ਰੂਰ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਇਸ ਤੋਂ ਵੱਧ ਹੁਣ ਕਹਿਣ ਲਈ ਕੋਈ ਬਚਿਆ ਨਹੀਂ। ਅਵਾਰਡ ਉਹਨਾਂ ਲਈ ਇੰਨਾ ਕਿ ਉਹਨਾਂ ਦੀ ਪੰਥ ਦੇ ਵਿੱਚ ਜਿੰਨੀ ਕੁ ਗੁਰੂ ਪੰਥ ਲਈ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦੀ ਇੱਜ਼ਤ ਹੈ, ਉਸ ਤੋਂ ਵੱਡਾ ਅਵਾਰਡ ਉਹਨਾਂ ਨੂੰ ਕੋਈ ਨਹੀਂ ਮਿਲਿਆ ਹੋਏਗਾ ਅੱਜ ਤੱਕ। ਪਹਿਲਾਂ ਤੇ ਗੁਰਮੁਖ ਇਹੋ ਜਿਹੀ ਸ਼ਖਸੀਅਤ ਬਾਰੇ ਮੈਂ ਕੀ ਸ਼ਬਦ ਕਹਿ ਸਕਦਾ ਜਿੰਨਾ ਗੁਰਮਤਿ ਸੰਗੀਤ ਨੂੰ ਘਾਟਾ ਪਿਆ ਜੀ। ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ, ਪੰਥ ਨੂੰ, ਸ਼੍ਰੋਮਣੀ ਕਮੇਟੀ ਦੇ ਉਹ ਇੱਕ ਬੜੀ ਨਾਮਵਰ ਹਸਤੀ ਸਨ ਜੀ। ਤੇ ਮੈਂ 2 ਦਿਨ ਪਹਿਲਾਂ ਵੀ ਭਾਈ ਜਸਵੀਰ ਸਿੰਘ ਚੰਦ ਉਹਨਾਂ ਦੀ ਗੱਲ ਕਰ ਰਿਹਾ ਸੀ, ਜੋ ਕਹਿਣ ਲੱਗੇ ਵੀ ਉੱਥੇ ਐਡਮਿਟ ਨੇ। ਜੀ ਜੀ। ਤੇ ਬਹੁਤ ਵੱਡਾ ਦੁੱਖ ਸਮੁੱਚੇ ਪੰਥ ਵਾਸਤੇ, ਸ਼੍ਰੋਮਣੀ ਕਮੇਟੀ ਵਾਸਤੇ ਤੇ ਸਾਡੇ ਭਾਈਚਾਰੇ ਵਾਸਤੇ। ਜੀ ਜੀ। ਇਹਨਾਂ ਗੁਣ ਮਹਾਰਾਜ ਨੇ ਬਖਸ਼ਿਆ ਸੀ ਜੀ। ਬਸ ਹੁਣ ਇਹ ਜਿਹੜਾ ਸਮਾਂ ਇੱਥੇ ਜ਼ੋਰ ਕੋਈ ਨਹੀਂ, ਅਰਦਾਸ ਹੈ ਮਾਲਕ ਅੱਗੇ ਜੀ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਪ੍ਰੋਫੈਸਰ ਕਰਤਾਰ ਸਿੰਘ ਗੁਰਮਤਿ ਸੰਗੀਤ ਵਿੱਚ ਇੱਕ ਯੁੱਗ ਦਾ ਨਾਂ ਸੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਕਾਰਜ ਵਿੱਚ ਆਪਣੇ ਆਪ ਨੂੰ ਸਮਰਪਿਤ ਭਾਵਨਾ ਨਾਲ ਸੰਜੋਈ ਰੱਖਿਆ। ਮੈਨੂੰ ਯਾਦ ਹੈ 1971-72 ਜਦੋਂ ਮੈਂ ਲੁਧਿਆਣੇ ਆਇਆ ਤਾਂ ਉਸ ਵਕਤ ਵੀ ਉਹ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਸੰਗੀਤ ਦੇ ਅਧਿਆਪਕ ਸਨ। ਔਰ ਜਦੋਂ ਵੀ ਕਦੇ ਯੂਨੀਵਰਸਿਟੀ ਯੂਥ ਫੈਸਟੀਵਲ ਹੁੰਦੇ ਜਾਂ ਕੋਈ ਗੁਰਮਤਿ ਸੰਗੀਤ ਦਾ ਸਮਾਗਮ ਹੁੰਦਾ ਤਾਂ ਉਸ ਦੀ ਮੂਹਰਲੀ ਕਤਾਰ 'ਚ ਜਸਵੰਤ ਭੰਵਰਾ, ਕਰਤਾਰ ਸਿੰਘ ਸਾਹਿਬ, ਭਾਈ ਸਮੁੰਦ ਸਿੰਘ ਵੀ ਉਦੋਂ ਜਿਉਂਦੇ ਸੀ ਅਜੇ। ਜੀ ਜੀ। ਇਹ ਸਾਰੇ ਲੋਕ ਉਦੋਂ ਉਸ 'ਚ ਅੱਗੇ ਅਗਵਾਨੀ ਕਰਦੇ ਸੀਗੇ। ਇੱਕ ਇੱਥੇ ਹੁੰਦੇ ਸੀ ਸਾਡੇ ਜਗਜੀਤ ਸਿੰਘ ਸਿੱਧਕੀ ਹੁੰਦੇ ਸੀ, ਇੱਕ ਸੱਜਣ ਪਿਆਰੇ ਜੀ। ਇਹ ਬਾਅਦ ਵਿੱਚ ਆਏ ਨੇ ਸਾਰੇ, ਭਾਈ ਹਰਬੰਸ ਸਿੰਘ ਹੋਰੀ ਜਾਂ ਰਸੀਆ ਸਾਹਿਬ ਜਾਂ ਹੋਰ ਦੋਸਤ। ਔਰ ਜਦੋਂ 1991 ਦੇ ਵਿੱਚ ਦਿੱਤੀ ਗੁਰਮਤਿ ਸੰਗੀਤ ਸੰਮੇਲਨ ਸ਼ੁਰੂ ਹੋਇਆ ਤਾਂ ਉਸ ਦੇ ਬਾਨੀਆਂ ਦੇ ਵਿੱਚ ਜਿੱਥੇ ਸੰਤ ਬਾਬਾ ਸੁੱਚਾ ਸਿੰਘ ਜੀ ਸਨ ਜਵੱਦੀ ਵਾਲੇ ਜੀ, ਉੱਥੇ ਉਹਨਾਂ ਦੇ ਸਾਥੀ ਸਹਿਯੋਗੀਆਂ ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਦਾ, ਭੰਵਰਾ ਸਾਹਿਬ ਦਾ, ਡਾਕਟਰ ਗੁਰਨਾਮ ਸਿੰਘ ਦਾ, ਪ੍ਰੋਫੈਸਰ ਦਲੀਪ ਸਿੰਘ ਦਾ ਬੜਾ ਵੱਡਾ ਯੋਗਦਾਨ ਸੀ ਜੀ। ਔਰ
ਜਿਹੜੀਆਂ ਪੁਸਤਕਾਂ ਇਹਨਾਂ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੇ ਕਹਿਣ ਤੇ ਲਿਖੀਆਂ ਗੁਰਮਤਿ ਸੰਗੀਤ ਨਾਲ ਸੰਬੰਧਿਤ 5 ਪੁਸਤਕਾਂ ਜੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀਆਂ ਨੇ, ਜੀ ਉਹ ਆਪਣੇ ਆਪ ਵਿੱਚ ਬੜੀ ਵੱਡੀ ਆਧਾਰ ਭੂਮੀ ਸਿਰਜਦੀਆਂ ਨੇ ਕਿ ਗੁਰਮਤਿ ਸੰਗੀਤ ਦਾ ਜਿਹੜਾ ਸਟੇਟਸ ਹੈ ਉਹ ਭਾਰਤੀ ਸੰਗੀਤ ਪਰੰਪਰਾ ਨਾਲੋਂ ਕਿਵੇਂ ਵੱਖਰਾ ਹੈ ਤੇ ਕਿਵੇਂ ਵੱਡਮੁੱਲਾ ਹੈ। ਜੀ ਭਾਰਤੀ ਸੰਗੀਤ ਨਾਟਕ ਅਕੈਡਮੀ ਨੇ ਵੀ ਉਹਨਾਂ ਨੂੰ ਪੁਰਸਕਾਰ ਦਿੱਤਾ। ਜੀ ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਵੀ ਸ਼੍ਰੋਮਣੀ ਰਾਗੀ ਦੇ ਰੂਪ ਦੇ ਵਿੱਚ ਸਨਮਾਨਿਤ ਕੀਤਾ। ਜੀ ਜੀ ਪੰਜਾਬ ਗਵਰਨਮੈਂਟ ਨੇ ਵੀ ਉਹਨਾਂ ਨੂੰ ਆਪਣੇ ਵੱਲੋਂ ਸਨਮਾਨ ਪੱਤਰ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਜੀਵਨ ਭਰ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਆਜੀਵਨ ਡਾਇਰੈਕਟਰ ਥਾਪਿਆ ਹੋਇਆ ਸੀ ਅਨੰਦਪੁਰ ਸਾਹਿਬ ਸੰਗੀਤ ਅਕੈਡਮੀ ਦਾ। ਜੀ ਔਰ ਮੇਰਾ ਖਿਆਲ ਹੈ ਕਿ ਪਦਮ ਸ਼੍ਰੀ ਉਹ ਸਿਖਰਲਾ ਪੁਰਸਕਾਰ ਹੈ ਜਿਹੜਾ ਲੈਣ ਲਈ ਤਾਂ ਨਾ ਜਾ ਸਕੀ, ਕੁਛ ਸਿਹਤਯਾਬ ਨਹੀਂ ਸਨ ਉਸ ਵਕਤ। ਹਾਂਜੀ ਹਾਂਜੀ ਪਰ ਜਦੋਂ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਇਸ ਪੁਰਸਕਾਰ ਨੂੰ ਲੈਣ ਲਈ ਤਾਂ ਨਹੀਂ ਜਾ ਸਕਿਆ ਕਿਉਂਕਿ ਮੈਂ ਬਿਮਾਰ ਹੋ ਗਿਆ ਅਚਨਚੇਤ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਹੋਰਾਂ ਨੇ ਆਪ ਜਾ ਕੇ ਹਸਪਤਾਲ 'ਚ ਉਹਨਾਂ ਨੂੰ ਉਹ ਪੁਰਸਕਾਰ ਕੁਛ ਦਿਨ ਪਹਿਲਾਂ ਹੀ ਸੌਂਪਿਆ। ਜੀ ਔਰ ਉਹਨਾਂ ਦੀ ਖਬਰਸਾਰ ਵਾਸਤੇ ਜਿੱਥੇ ਸੂਬੇ ਦੇ ਵੱਡੇ ਲੋਕ ਹੋਰ ਆਏ, ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਸ਼੍ਰੋਮਣੀ ਕਮੇਟੀ ਵੱਲੋਂ ਵੀ, ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਵੀ ਜੀ ਵੱਖ-ਵੱਖ ਮੌਕੇ ਤੇ ਆਪਣੀ ਉਹਨਾਂ ਦੀ ਬਿਮਾਰ ਪੁਰਸੀ ਕਰਦੇ ਰਹੇ। ਜੀ ਉਹਨਾਂ ਦਾ ਜਾਣਾ ਇਕੱਲਾ ਲੁਧਿਆਣਾ ਵਾਸਤੇ ਹੀ ਨਹੀਂ, ਮੈਂ ਸਮਝਦਾ ਕਿ ਸਮੁੱਚੇ ਸੰਗੀਤ ਜਗਤ ਵਾਸਤੇ ਵੀ ਬਹੁਤ ਵੱਡੀ ਇੱਕ ਕਮੀ ਪੇਸ਼ੀ ਹੈ। ਜੀ ਜੀ ਇਸ ਵਕਤ 93 ਸਾਲ ਦੀ ਉਮਰ ਸੀ ਉਹਨਾਂ ਦੀ ਔਰ 92 ਸਾਲ ਦੀ ਉਮਰ ਤੱਕ ਵੀ ਉਹ ਦਰਬਾਰ ਸਾਹਿਬ ਜਾ ਕੇ ਕੀਰਤਨ ਦੀ ਆਪਣੀ ਹਾਜ਼ਰੀ ਭਰਦੇ ਰਹੇ ਨੇ। ਬਿਲਕੁਲ ਬਿਲਕੁਲ ਜੀ। ਔਰ ਉਮਰ ਦਾ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਵੀ ਕੋਈ ਅਸਰ ਨਹੀਂ ਸੀ। ਜੀ ਹਮੇਸ਼ਾ ਚੜ੍ਹਦੀ ਕਲਾ 'ਚ ਪਿਛਲੇ ਮਹੀਨੇ ਜਦੋਂ ਉਹਨਾਂ ਨੂੰ ਪਦਮ ਸ਼੍ਰੀ ਅਨਾਊਂਸ ਹੋਇਆ, ਪੁਰਸਕਾਰ ਦੀ ਰਸਮ ਹੋਣੀ ਸੀ, ਜੀ ਤਾਂ ਅਸੀਂ ਉਹਨਾਂ ਦੇ ਘਰ ਫੁੱਲਾਂ ਦੇ ਗੁਲਦਸਤੇ ਲੈ ਕੇ ਗਏ ਪੰਜਾਬ ਜੀ। ਲੋਕ ਵਿਰਾਸਤ ਅਕੈਡਮੀ ਵੱਲੋਂ। ਔਰ ਉਹਨਾਂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਕੀਤੀਆਂ, ਮੈਂ ਜੀ ਸਮਝਦਾ ਕਿ ਉਹ ਸਾਡੇ ਵਾਸਤੇ ਬੜੀਆਂ ਵੱਡਮੁੱਲੀਆਂ ਨੇ। ਔਰ ਮੈਂ ਇੱਕ ਵੱਡੇ ਇਨਸਾਨ ਦੇ ਜਾਣ ਦੇ ਉੱਤੇ, ਜਿਹੜਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਮੈਂਬਰ ਵੀ ਸੀ ਜੀ ਔਰ ਆਪਣੇ ਇੱਕ ਵੱਡੇ ਬਾਬਲ ਵੀ ਕਹਿ ਸਕਦੇ ਹਾਂ, ਵੱਡਾ ਵੀਰ ਵੀ ਕਹਿ ਸਕਦੇ ਹਾਂ, ਉਹਨਾਂ ਦੇ ਜੀ। ਜਾਣ ਤੇ ਬੇਅੰਤ ਉਦਾਸ ਹਾਂ। ਜੀ ਉਹਨਾਂ ਦਾ ਜਾਣਾ ਸੰਗੀਤ ਲਈ ਨਹੀਂ, ਲੁਧਿਆਣੇ ਦੀ ਜਿਹੜੀ ਅਦਬੀ ਜ਼ਿੰਦਗੀ ਉਹਦੇ ਲਈ ਵੀ ਬਹੁਤ ਵੱਡਾ ਘਾਟਾ ਹੈ। ਦੱਸ ਦਈਏ ਕਿ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਛੋਟੀ ਉਮਰ ਤੋਂ ਹੀ ਸੰਗੀਤ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ ਸੀ। ਖਾਸ ਕਰਕੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਨੇ ਲਾਸਾਨੀ ਕਾਰਜ ਕੀਤੇ। ਆਪ ਨੇ 13 ਸਾਲ ਦੀ ਉਮਰ ਤੋਂ ਹੀ ਸੰਗੀਤ ਸਿੱਖਣਾ ਪ੍ਰਾਰੰਭ ਕਰ ਦਿੱਤਾ ਸੀ। ਅਨੇਕ ਗੁਣੀ ਜਣਾਂ ਤੋਂ ਆਪ ਨੇ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਆਪ ਨੇ ਹਮੇਸ਼ਾ ਤੰਤੀ ਸਾਜ਼ ਤਾਨਪੁਰੇ ਨਾਲ ਕੀਰਤਨ ਕੀਤਾ। ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਵਿੱਚ ਆਪ ਦੀ ਮੋਹਰੀ ਭੂਮਿਕਾ ਰਹੀ। ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਪ੍ਰੋਫੈਸਰ ਕਰਤਾਰ ਸਿੰਘ ਜੀ ਨੂੰ ਪਦਮ ਸ਼੍ਰੀ, ਸੰਗੀਤ ਨਾਟਕ ਅਕਾਦਮੀ ਅਵਾਰਡ, ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਅਵਾਰਡ, ਸ਼੍ਰੋਮਣੀ ਰਾਗੀ ਅਵਾਰਡ, ਸਿੱਖ ਲਾਈਫ ਟਾਈਮ ਅਚੀਵਮੈਂਟ ਅਵਾਰਡ ਆਦਿ ਅਨੇਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਕਰਤਾਰ ਸਿੰਘ ਜੀ ਦੇ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਏ। ਅਸੀਂ ਸਮੂਹ ਸੰਗੀਤ ਪ੍ਰੇਮੀਆਂ ਦੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੁੰਦੇ ਹੋਏ ਪ੍ਰੋਫੈਸਰ ਕਰਤਾਰ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।